ਹੈਲੋ ਸਟੂਡੈਂਟਸ, ਅੱਜ ਅਸੀਂ ਕਿਰਿਆ ਜੋ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੈ ਉਹਨੂੰ ਅਸੀਂ ਕਰਾਂਗੇ। ਤੁਹਾਡੇ ਸਿਲੇਬਸ ਵਿੱਚ ਕਿਰਿਆ ਹੈ, ਕਾਲ ਨਹੀਂ ਹੈ। ਅੱਜ ਅਸੀਂ ਕਿਰਿਆ ਨੂੰ ਸਿਰਫ ਕਰਾਂਗੇ ਅਤੇ ਇਹਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ। ਕਿਰਿਆ ਹੈ ਅਸੀਂ ਆਪਣੇ ਜੀਵਨ ਕਾਲ ਵਿੱਚ ਹਮੇਸ਼ਾ ਹੀ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਾਂ, ਜਾਂ ਸਾਡੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ, ਜਿਵੇਂ ਕਿ ਸਕੂਲ ਜਾਣਾ, ਤਮਾਸ਼ਾ ਵੇਖਣਾ, ਸੈਰ ਕਰਨਾ, ਕੁਝ ਖਾਂਦੇ ਰਹਿਣਾ, ਕੰਮਕਾਰ ਕਰਨਾ, ਤੁਰਨਾ ਫਿਰਨਾ, ਨਹਾਉਣਾ, ਕੱਪੜੇ ਧੋਣਾ, ਖੇਤੀ ਕਰਨਾ ਆਦਿ। ਅਜਿਹੇ ਕੰਮਕਾਰ ਵਿਆਕਰਨ ਵਿੱਚ ਕਿਰਿਆ ਹੁੰਦੇ ਨੇ। ਜਿਵੇਂ ਦੇਖੋ, ਮੋਹਨ ਸਕੂਲ ਜਾਂਦਾ ਹੈ, ਕਿਰਨ ਨੇ ਸੈਰ ਕੀਤੀ, ਮੰਦਾਰੀ ਤਮਾਸ਼ਾ ਵਿਖਾਉਂਦਾ ਹੈ। ਇਹ ਸਾਰੀਆਂ ਐਗਜ਼ਾਮਪਲਾਂ ਨੇ ਇਹਦੀਆਂ ਕਿਰਿਆ ਦੀ ਪਰਿਭਾਸ਼ਾ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ, ਹੋਣ, ਸਹਿਣ ਆਦਿ ਬਾਰੇ ਕਾਲ ਸਹਿਤ ਪਤਾ ਲੱਗੇ ਉਸ ਨੂੰ ਵਿਆਕਰਨ ਵਿੱਚ ਕਿਰਿਆ ਕਹਿੰਦੇ ਨੇ। ਹੁਣ ਕਿਰਿਆ ਦੀਆਂ ਕਿਸਮਾਂ ਜਿਹੜੀਆਂ ਕਿੰਨੇ ਪ੍ਰਕਾਰ ਦੀਆਂ ਨੇ? 2 ਪ੍ਰਕਾਰ ਦੀਆਂ ਹੁੰਦੀਆਂ ਨੇ, ਅਕਰਮ ਕਿਰਿਆ, ਸਕਰਮਕ। ਠੀਕ ਹੈ, ਕਿਰਿਆ। ਹੁਣ ਇਸ ਤੋਂ ਬਾਅਦ ਇਹਨਾਂ ਨੂੰ ਇਹ ਹੁੰਦੀ ਕੀ ਹੈ, ਇਹਨੂੰ ਅਸੀਂ ਸਮਝ ਲੈਂਦੇ ਹਾਂ। ਅਕਰਮ ਕਿਰਿਆ ਜਿਹੜੇ ਵਾਕ ਵਿੱਚ ਕਰਮ ਤੋਂ ਬਿਨਾਂ ਹੋਣ ਉਹਨਾਂ ਵਿਚਲੀ ਕਿਰਿਆ ਅਕਰਮ ਕਿਰਿਆ ਹੁੰਦੀ ਆ। ਕਰਮ ਬੇਟਾ ਕਿ ਫੋਰ ਐਗਜ਼ਾਮਪਲ ਕੋਈ ਬੰਦਾ ਕੰਮ ਕਰ ਰਿਹਾ, ਪਰ ਕੀ ਕਰ ਰਿਹਾ ਉਹ ਨਹੀਂ। ਜਿੱਦਾਂ ਫੋਰ ਐਗਜ਼ਾਮਪਲ ਧੋਬੀ ਧੋ ਰਿਹਾ ਹੈ, ਇਹਦੇ ਵਿੱਚ ਕੀ ਧੋ ਰਿਹਾ ਹੈ, ਯਾਨੀ ਕੱਪੜੇ, ਉਹ ਉਹਦਾ ਕਰਮ ਹੈ। ਅਗਰ ਉਹ ਕਰਮ ਨਹੀਂ ਹੈ ਵਿੱਚ, ਯਾਨੀ ਕੱਪੜੇ ਨਹੀਂ ਹੈ, ਤਾਂ ਉਹ ਕੀ ਬਣ ਗਿਆ ਜੀ? ਅਕਰਮ ਕਿਰਿਆ ਹੋ ਗਈ। ਅਗਰ ਇੱਦਾਂ ਹੁੰਦਾ ਧੋਬੀ ਕੱਪੜੇ ਧੋ ਰਿਹਾ ਹੈ ਤਾਂ ਫਿਰ ਉਹ ਦੂਸਰੀ ਕਿਰਿਆ ਬਣ ਜਾਣੀ ਸੀ, ਸਕਰਮ ਕਿਰਿਆ। ਤਾਂ ਇਸ ਕਰਕੇ ਇਹਦੇ ਵਿੱਚ ਜਿਹੜਾ ਉਹਦਾ ਕਰਮ ਜਿਹੜਾ ਨਹੀਂ ਹੈ, ਯਾਨੀ ਕਿ ਉਹ ਕੱਪੜੇ ਨਹੀਂ ਹੈ, ਇਸ ਕਰਕੇ ਕੀ ਹੈ ਇਹ? ਕੀ ਅਕਰਮ ਕਿਰਿਆ ਹੈ। ਧੋਬੀ ਧੋ ਰਿਹਾ ਹੈ, ਰਾਹੁਲ ਦੌੜ ਰਿਹਾ ਹੈ, ਬੱਚਾ ਗਾ ਰਿਹਾ ਹੈ। ਹੁਣ ਜਦੋਂ ਬੱਚਾ ਗਾ ਰਿਹਾ ਹੈ, ਕੀ ਗਾ ਰਿਹਾ ਹੈ? ਗੀਤ ਗਾ ਰਿਹਾ ਹੈ, ਭਜਨ ਗਾ ਰਿਹਾ ਹੈ, ਕੁਝ ਦੱਸਿਆ ਨਹੀਂ ਗਿਆ, ਯਾਨੀ ਉਹਦਾ ਕਰਮ ਜਿਹੜਾ ਆ ਉਹ ਮਿਸਿੰਗ ਹੈ। ਇਸ ਕਰਕੇ ਇਹਨੂੰ ਅਕਰਮ ਕਿਰਿਆ ਜਿਹੜਾ ਉਹ ਬੋਲਿਆ ਜਾਂਦਾ ਹੈ। ਠੀਕ ਹੈ, ਇਹ ਸੀ ਅਕਰਮ ਕਿਰਿਆ। ਅੱਗੇ ਆ ਸਕਰਮ ਕਿਰਿਆ। ਹੁਣ ਜਿਹੜੇ ਕਿਰਿਆ ਕਰਮ ਸਹਿਤ ਹੋਵੇ, ਯਾਨੀ ਉਹਦਾ ਕਰਮ ਵੀ ਵਿੱਚ ਹੋਵੇ, ਸਕਰਮ ਕਿਰਿਆ ਹੁੰਦੀ। ਜਿੱਦਾਂ ਹੁਣ ਕੁੜੀ ਝੂਲੇ 'ਤੇ ਝੂਟੇ ਲੈ ਰਹੀ ਹੈ। ਹੁਣ ਜੇ ਇੱਦਾਂ ਹੁੰਦਾ ਕੁੜੀ ਝੂਟੇ ਲੈ ਰਹੀ ਹੈ, ਫਿਰ ਅਕਰਮ ਕਿਰਿਆ ਹੋਣੀ ਸੀ। ਬਟ ਉਹਨੇ ਇਹ ਵੀ ਦੱਸਿਆ ਕੁੜੀ ਝੂਲੇ 'ਤੇ ਝੂਟੇ ਲੈ ਰਹੀ ਹੈ, ਇਸ ਕਰਕੇ ਕੀ ਬਣ ਗਿਆ? ਸਕਰਮ ਕਿਰਿਆ। ਬੱਚੇ ਕਿਤਾਬਾਂ ਪੜ੍ਹ ਰਹੇ ਹਨ, ਜੇ ਇੱਦਾਂ ਹੁੰਦਾ ਕਿ ਬੱਚੇ ਸਿਰਫ ਪੜ੍ਹ ਰਹੇ ਹਨ ਤਾਂ ਉਹ ਅਕਰਮ ਕਿਰਿਆ ਸੀ। ਬਟ ਉਹਨੇ ਦੱਸ ਦਿੱਤਾ ਕਿ ਬੱਚੇ ਕਿਤਾਬਾਂ ਪੜ੍ਹ ਰਹੇ ਨੇ, ਤਾਂ ਕਿਤਾਬਾਂ ਕੀ ਉਹਦਾ ਕਰਮ ਆ ਗਿਆ ਵਿੱਚ। ਹੁਣ ਇਸੇ ਤਰੀਕੇ ਨਾਲ ਜੱਟ ਖੇਤ ਵਿੱਚ ਫਸਲ ਕੱਟ ਰਿਹਾ ਹੈ, ਦੱਸਿਆ ਵੀ ਨੀਚੇ ਦੇਖੋ, ਉਪਰੋਕਤ ਸਾਰੇ ਵਾਕਾਂ ਵਿੱਚ ਕਰਮ ਸਹਿਤ ਹਨ, ਜਿਵੇਂ ਕਿ ਝੂਲੇ ਅਤੇ ਝੂਟੇ ਲੈਣੇ, ਕਿਤਾਬਾਂ ਪੜ੍ਹਨਾ, ਖੇਤ ਵਿੱਚ ਫਸਲ ਕੱਟਣਾ। ਤਾਂ ਇਹ ਸਾਰੇ ਸਕਰਮ ਕਿਰਿਆ ਹਨ। ਯਾਨੀ ਕਿ ਕੋਈ ਬੰਦਾ ਅਗਰ ਕੋਈ ਕੰਮ ਕਰ ਰਿਹਾ ਹੈ, ਉਹਦੇ ਕੰਮ ਦਾ ਵਿੱਚ ਦੱਸਿਆ ਗਿਆ ਹੈ, ਠੀਕ ਹੈ, ਤਾਂ ਉਹ ਸਕਰਮ ਕਿਰਿਆ ਹੈ। ਅਗਰ ਉਹ ਕੰਮ ਨਹੀਂ ਦੱਸਿਆ ਗਿਆ ਤਾਂ ਫਿਰ ਉਹ ਅਕਰਮ ਕਿਰਿਆ ਕਹਿਲਾਉਂਦੀ ਹੈ। ਤਾਂ ਇਹਦੇ ਕੁਛ ਬੈਕ ਐਕਸਰਸਾਈਜ਼ ਵੀ ਨੇ, ਉਹਨੂੰ ਅਸੀਂ ਦੇਖ ਲਈਏ, ਕਿਉਂਕਿ ਇਹਦੇ ਜਿੱਦਾਂ ਹੁਣ 2 ਹੀ ਨਹੀਂ ਸਿਰਫ ਇਹਦੇ। ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 2 ਪ੍ਰਕਾਰ ਦੀ। ਕਿਰਿਆ ਕਰਮ ਸਹਿਤ ਕਿਹੜੀ ਕਿਰਿਆ ਕਰਮ ਸਹਿਤ ਵਾਪਰਦੀ ਹੈ? ਸਕਰਮ ਕਿਰਿਆ। ਸਕਰਮ ਕਿਰਿਆ ਜਿਹੜੀ ਕਰਮ ਸਹਿਤ ਵਾਪਰਦੀ ਹੈ। ਉਸ ਤੋਂ ਬਾਅਦ ਇਹ 2 ਹੀ ਕੁਐਸਚਨ ਨੇ, ਬਾਕੀ ਕਾਲ ਨਾਲ। ਕਿਰਿਆ ਕਿਸ ਨੂੰ ਆਖਦੇ ਨੇ? ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ, ਕਰਨ, ਸਹਿਣ ਆਦਿ ਬਾਰੇ ਕਾਲ ਸਹਿਤ ਪਤਾ ਲੱਗੇ ਉਸ ਨੂੰ ਅਸੀਂ ਕਿਰਿਆ ਆਖਦੇ ਨੇ। ਹੁਣ ਕਿਰਿਆ ਦੇ ਭੇਦਾਂ ਦੇ ਨਾਲ ਲਿਖੋ, ਅਕਰਮ ਕਿਰਿਆ ਅਤੇ ਸਕਰਮ ਕਿਰਿਆ। ਠੀਕ ਹੈ, ਇਸ ਤੋਂ ਬਾਅਦ ਬੱਚਾ ਰੋ ਰਿਹਾ ਹੈ, ਅਕਰਮ ਕਿਰਿਆ ਹੋ ਗਈ। ਠੀਕ ਹੈ, ਇਹ ਕੁਛ ਲਿਖੇ ਨੇ, ਤੁਸੀਂ ਇਹਨੂੰ ਦੇਖ ਲਓ, ਮੈਂ ਕੁਛ ਇਹਨੂੰ ਬਣਾਏ ਨੇ, ਤੁਸੀਂ ਇਹਦੇ ਆਨਸਰ ਨੋਟ ਜਿਹੜੇ ਉਹ ਕਰ ਲਿਓ। ਠੀਕ ਹੈ, ਇੱਕ ਵਾਰ ਦੁਬਾਰਾ ਦੇਖ ਲਓ। ਤਾਂ ਬੇਟਾ ਜੀ ਇਹ ਸੀ ਤੁਹਾਡੀ ਕਿਰਿਆ। ਠੀਕ ਹੈ, ਇਹਨੂੰ ਤੁਸੀਂ ਪੇਪਰ ਦੇ ਵਿੱਚ ਚੰਗੀ ਤਰ੍ਹਾਂ ਯਾਦ ਤੁਸੀਂ ਕਰ ਲੈਣਾ, ਕਿਉਂਕਿ ਪੇਪਰ ਵਿੱਚ ਬੇਸਿਕਲੀ ਜੋ ਕੁਐਸਚਨ ਪੁੱਛਿਆ ਜਾਂਦਾ ਹੈ, ਕਿਰਿਆ ਦੀ ਪਰਿਭਾਸ਼ਾ ਜਿਹੜੀ ਇਹ ਚੀਜ਼ ਹੈ। ਜਿੱਦਾਂ ਹੁਣ ਇਹ 2 ਕੁਐਸਚਨ ਤੁਹਾਨੂੰ ਪੁੱਛੇ ਗਏ ਨੇ, ਮੋਸਟਲੀ ਕੁਐਸਚਨ ਜਿਹੜੇ ਇਹੋ ਆਉਂਦੇ ਨੇ, ਕਿਰਿਆ ਕਿਸ ਨੂੰ ਆਖਦੇ ਨੇ ਅਤੇ ਕਿਰਿਆ ਦੇ ਭੇਦਾਂ ਲਿਖੋ। ਇਹ ਚੀਜ਼ਾਂ 2 ਮੋਸਟ ਇੰਪੋਰਟੈਂਟ ਕੁਐਸਚਨ ਨੇ। ਬਾਕੀ ਹੋਰ ਵੀ ਨੇ ਜਿਹੜੇ ਇਸ ਨਾਲ ਰਿਲੇਟਡ ਪੁੱਛੇ ਜਾ ਸਕਦੇ ਨੇ, ਜਾਂ ਕਿਰਿਆ ਦੀ ਤੁਹਾਨੂੰ ਵਿਆਖਿਆ ਕਰਨ ਵਾਸਤੇ ਵੀ ਕਹਿ ਸਕਦਾ, ਅਕਰਮ ਕਿਰਿਆ ਸਕਰਮ ਕਿਰਿਆ ਬਾਰੇ ਵਿਆਖਿਆ ਕਰਨ ਵਾਸਤੇ ਕਹਿ ਸਕਦਾ। ਤੁਸੀਂ ਨੇ ਆਪਣੇ ਅਕੋਰਡਿੰਗ ਤੁਸੀਂ ਦੇਖ ਲਿਓ।
ਥੈਂਕ ਯੂ।